ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਦਸ ਮਹਾ ਰੁੱਤੀ ਥਿਤੀ ਵਾਰ ਭਲੇ ਘੜੀ ਮੁਹਤ ਪਲ ਸਾਚੇ ਆਏ ਸਹਿਜ ਮਿਲੇ ਮਹਾਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਸਤਿਨਾਮ ਵਾਹਿਗੁਰੂ ਸਾਹਿਬ ਜੀਓ 12 ਮਹਾ ਮਾਝ ਮਹਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿ ਦਿਸ ਭਰ ਮੇ ਥਕੇ ਆਏ ਪ੍ਰਭ ਕੀ ਸ਼ਾਮ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿ ਦਿਸ ਭਰ ਮੇ ਥਕੇ ਆਏ ਪ੍ਰਭ ਕੀ ਸ਼ਾਮ ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾ ਮਨ ਬਿਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਬਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾਹ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੁੜਿਆ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗੰਮ ਅਗਾ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਨਵਾਜ਼ਿਸ਼ ਬਖਸ਼ਿਸ਼ ਸ਼ਾਮ ਸਮੇਂ ਅਸੀਂ ਸਤ ਸੰਗਤ ਦੇ ਸਮੇਂ ਨੂੰ ਮਾਣ ਪਾ ਰਹੇ ਹਾਂ। ਆਪ ਜੀ ਵਾਕਫੀਅਤ ਰੱਖਦੇ ਹੋਵੋਗੇ ਦੇਸੀ ਮਹੀਨਿਆਂ ਦੀ ਵੰਡ ਮੁਤਾਬਕ ਅੱਜ ਤੋਂ ਜਿਹਨੂੰ ਅਸੀਂ ਪੋਹ ਦਾ ਮਹੀਨਾ ਜਾਂ ਗੁਰਬਾਣੀ ਸਿਰਨਾਵੇਂ ਮੁਤਾਬਕ ਪੋਖ ਇਸ ਮਹੀਨੇ ਦੀ ਪ੍ਰਾਰੰਭਤਾ ਹੋ ਰਹੀ ਹੈ। ਸਾਡੀ ਰਿਵਾਇਤ ਜਦੋਂ ਦੇਸੀ ਮਹੀਨੇ
ਪ੍ਰਾਰੰਭ ਹੁੰਦੇ ਨੇ ਤਾਂ ਅਸੀਂ ਗੁਰਬਾਣੀ ਵਿੱਚ ਖਾਸ ਕਰਕੇ ਮਾਝ ਰਾਗ ਦੀ ਰਚਨਾ 12 ਮਾਹ ਇਹਨੂੰ ਭਾਵੇਂ ਸਮੁੱਚੀ ਨੂੰ ਪੜ੍ਹਦੇ ਹਾਂ, ਨਹੀਂ ਤੇ ਉਸ ਮਹੀਨੇ ਦੇ ਸਿਰਨਾਵੇਂ ਵਾਲਾ ਪਦਾ ਜ਼ਰੂਰ ਪੜ੍ਹਿਆ ਜਾਂਦਾ ਹੈ। ਸੋ ਸੇ ਇੱਕ ਰਿਵਾਇਤ ਦੇ ਵਿੱਚੋਂ ਹੀ ਇਹ ਸਾਡੀ ਜੋ ਐਕਸਰਸਾਈਜ਼ ਨਿਕਲਦੀ ਹੈ। ਪਰ ਇੱਥੇ ਮੁੱਖ ਆਸ਼ਾ ਗੁਰਬਾਣੀ ਦੇ ਸੰਦੇਸ਼ ਨੂੰ ਪੜ੍ਹਨਾ ਆ। ਬੜੇ ਡਾਇਵਰਸਡ ਵੇ ਦੇ ਨਾਲ, ਬੜੀ ਵਿਭਿੰਨਤਾ ਦੇ ਨਾਲ ਗੁਰੂ ਬਾਬਾ ਜੀ ਨੇ ਇਹ ਸਾਰੇ ਸੰਦੇਸ਼ ਸਾਡੀ ਝੋਲੀ ਪਾਏ ਨੇ। ਇਹਦੇ 'ਚ ਬੜੀ ਵੈਰਾਈਟੀ ਹੈ ਗੁਰੂ ਗ੍ਰੰਥ ਸਾਹਿਬ ਦੀ ਪ੍ਰੈਜੈਂਟੇਸ਼ਨ ਦੇ ਵਿੱਚ, ਜਿਸ ਤਰੀਕੇ ਨਾਲ ਮਹਾਰਾਜ ਨੇ ਸਾਰਾ ਕੰਟੈਂਟ ਜਿਹੜਾ ਹੈ ਸਜਾਇਆ ਹੈ। ਸੋ ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸੰਦੇਸ਼ ਇਸ ਰਚਨਾ ਦੀ, ਇਸ ਪਦੇ ਦੀ, ਜੋ ਕਿ ਇਸ ਬਾਣੀ ਦੇ ਵਿੱਚ 11 ਨੰਬਰ ਪਦਾ ਬਣਦਾ ਹੈ। ਦੇਸੀ ਮਹੀਨਿਆਂ ਦੀ ਵੰਡ ਮੁਤਾਬਕ ਇਹ 10ਵਾਂ ਮਹੀਨਾ ਬਣਦਾ ਹੈ। ਸੋ ਇਸ ਦੀ ਪ੍ਰਾਰੰਭਤਾ ਹੋ ਰਹੀ ਹੈ। ਨਾਲ ਹੀ ਜਦੋਂ ਅਸੀਂ ਪੋਹ ਦੇ ਮਹੀਨੇ ਦੀ ਪ੍ਰਾਰੰਭਤਾ ਦੀ ਗੱਲ ਕਰਦੇ ਹਾਂ, ਸਾਨੂੰ ਆਪਣੇ ਸ਼ਹਾਦਤਾਂ ਦੇ ਸਿਰਜੇ ਹੋਏ ਇਸ ਇਤਿਹਾਸ ਦੀ ਯਾਦ ਆਉਂਦੀ ਹੈ, ਜਿਹਦੇ 'ਚ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਦੇ ਹਜ਼ਾਰਾਂ ਗੁਰੂ ਦੇ ਲਖਤੇ ਜ਼ਿਗਰ ਜੋ ਕਿ ਸੁਰਤਿਆਬ ਹੋ ਕੇ ਸਿੱਖੀ ਦੇ ਆਸ਼ੇ ਦੇ ਵਿੱਚ, ਜਿਨ੍ਹਾਂ ਤੋਂ ਜੇ ਕੋਈ ਪੁੱਛੇ ਤੇ ਉਹਨਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਉਹ ਗੁਰੂ ਸਾਹਿਬ ਦੇ ਸਿੱਖ ਪੁੱਤਰ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਇੱਕ ਯੁੱਗ ਪਲਟਿਆ, ਇੱਕ ਤਵਾਰੀਖ ਦਾ ਰੰਗ ਬਦਲਿਆ, ਇੱਕ ਐਸੀ ਸਰਸਾ ਤੇ ਚਮਕੌਰ ਤੇ ਉਸ ਸਰਹੰਦ ਦੇ ਇਲਾਕੇ ਦੇ ਵਿੱਚੋਂ ਆਪਣੇ ਖੂਨ ਦੀ ਲਾਲੀ ਡੋਲੀ, ਜਿਹਦੀ ਚਮਕ ਅੱਜ ਵੀ ਸਾਡੀਆਂ ਅੱਖਾਂ 'ਚ ਮੌਜੂਦ ਹੈ। ਅੱਜ ਵੀ ਸਾਡੀਆਂ ਰਗਾਂ ਦੇ ਵਿੱਚ ਉਸ ਖੂਨ ਦੀ ਰਵਾਨਗੀ ਸਾਨੂੰ ਪ੍ਰਾਪਤ ਹੁੰਦੀ ਹੈ। ਸੋ ਪੋਹ ਦਾ ਮਹੀਨਾ ਇਸ ਰੂਪ ਵਿੱਚ ਹੈ। ਆਉਂਦੇ ਸਮੇਂ 'ਚ ਜਿਵੇਂ ਜਿਵੇਂ ਕਰਤਾਰੀ ਕੁਦਰਤ ਸਾਨੂੰ ਅਲਾਓ ਕਰੇਗੀ, ਕਰਤਾਰ ਦਾ ਹੁਕਮ ਹੋਏਗਾ, ਅਸੀਂ ਬਾਤ ਪਾਵਾਂਗੇ। ਅੱਜ ਲਈ ਇਹ ਜੋ ਬਚਨ ਹੈ ਦੀ ਪ੍ਰਾਰੰਭਤਾ ਕਰ ਰਹੇ ਹਾਂ, ਖਾਸ ਕਰਕੇ ਜੋ ਮਹਾਰਾਜ ਜੀ ਨੇ ਬਿਆਨ ਕੀਤਾ ਹੈ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ। ਮੋਸਟਲੀ ਜਦੋਂ ਕਿਤੇ ਬਾਤ ਹੋਏ ਤੇ ਯਤਨ ਹੁੰਦਾ ਹੈ ਕਿ ਜਿਵੇਂ ਕੋਈ ਰਚਨਾ 12 ਮਾਹ ਰਚਨਾ ਬਾਰੇ ਵਕਤ ਬਾ ਵਕਤ ਉਹਦੀ ਐਕਸਪਲੇਨੇਸ਼ਨ ਥੋੜ੍ਹੀ ਬਹੁਤੀ ਦੇਣ ਦਾ ਪ੍ਰਯਾਸ ਕਰਦਾ ਹਾਂ। 12 ਮਾਹ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ 2 ਵਾਰੀ ਆਈ ਹੈ। ਇੱਕ ਵਾਰੀ ਤੁਖਾਰੀ ਦੇ ਵਿੱਚ ਹੈ, ਇੱਕ ਵਾਰੀ ਮਾਝ ਦੇ ਵਿੱਚ ਹੈ। ਉੱਥੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਰਿਤ ਕੀਤੀ ਗਈ, ਇੱਥੇ ਗੁਰੂ ਅਰਜਨ ਸਾਹਿਬ ਦੁਆਰਾ। ਵੈਸੇ ਵੀ ਪੰਜਾਬੀ ਕਾਵ ਕਿਆਰਿਆਂ ਦੇ ਵਿੱਚ, ਪੋਇਟਰੀ ਦੇ ਵਿੱਚ ਤੁਹਾਨੂੰ ਬਹੁਤ ਡਿਫਰੈਂਟ 12 ਮਾਹ ਹੋਰ ਵੀ ਮਿਲ ਜਾਂਦੇ ਨੇ। ਇਹ ਪੁਰਾਣਾ ਫੋਕ ਦਾ ਰੂਪ ਹੈ, ਜਿਹਦੇ 'ਚ ਬਿਰਹਣੀ ਇਸਤਰੀਆਂ ਦੀ ਉਹਨਾਂ ਦੀ ਵੇਦਨਾ, ਉਹਨਾਂ ਦੀ ਪੀੜਾ ਨੂੰ ਗਾਇਆ ਜਾਂਦਾ ਸੀਗਾ। 12 ਮਾਹ ਦਾ ਮਜ਼ਮੂਨ ਮੁੱਖ ਰੂਪ ਵਿੱਚ, ਵੈਸੇ ਤਾਂ ਉਹਦੇ 'ਚ ਕਈ ਲੇਅਰਸ ਹੁੰਦੀਆਂ ਨੇ, ਪਰ ਉਹਦੇ 'ਚ 3 ਸੁਰਾਂ ਭਾਰੋ ਹੁੰਦੀਆਂ ਨੇ। ਨੰਬਰ 1 ਸੁਰ ਜਿਹੜੀ ਹੈ ਉਹ ਹੈਗੀ ਏ ਹਿਜਰ ਦੀ, ਜਿਹਨੂੰ ਅਸੀਂ ਵਿਛੋੜਾ ਕਹਿ ਸਕਦੇ ਹੈਗੇ ਆ। ਇਹ ਰਚਨਾ ਤੇ ਪ੍ਰਾਰੰਭ ਹੀ ਹੁੰਦੀ ਹੈ ਕਿਰਤ ਕਰਮ ਕੇ ਵਿਛੋੜੇ। ਵਿਛੋੜਾ ਉੱਥੋਂ ਹੀ ਆ, ਵਿਛੋੜੇ ਦੀ ਬਾਤ ਹੋ ਰਹੀ ਹੈ। ਫਿਰ ਇਹਦੇ ਵਿੱਚ ਵਿਛੋੜੇ ਦੀ ਕਸਕ, ਪੀੜਾ, ਦਰਦ, ਵੇਦਨ ਸਭ ਕੁਝ ਹੈ, ਪਰ ਆਸ ਵੀ ਹੈ, ਕਿਉਂਕਿ ਆਸ ਤੇ ਹੀ ਸਵਾਸ ਹੈ, ਆਸ ਤੇ ਹੀ ਜੀਵਨ ਚੱਲਦਾ ਹੈ। ਸੋ ਇਹ ਹੈ ਕਿ ਵਿਛੋੜਾ ਜ਼ਰੂਰ ਹੈ, ਮਿਲਾਪ ਹੋਏਗਾ। ਤੋ ਇੱਥੇ ਵੀ ਮਿਲਾਪ ਦੀ ਬਾਤ ਸ਼ੁਰੂਆਤ 'ਚ ਕੀਤੀ, ਕਰ ਕਿਰਪਾ ਮੇਲੋ, ਮਿਲਾਪ ਕਰ, ਤਰਸ ਕਰਕੇ, ਕਿਰਪਾ ਕਰਕੇ। ਵਿਛੜ ਗਏ ਆ ਆਪਣੇ ਬਣੇ ਹੋਏ ਮਾੜੇ ਸੁਭਾਅ, ਔਗਣਾਂ ਤੇ ਅਲਾਮਤਾਂ ਕਰਕੇ। ਬੰਦਾ ਪੈਰ ਪੈਰ ਤੇ ਹੀ ਆਪਣੇ ਰੱਬ ਤੋਂ, ਰੱਬ ਨਾ ਗੁਰਬਾਣੀ ਮੁਤਾਬਕ ਪ੍ਰਿੰਸੀਪਲਸ ਦਾ, ਰੱਬ ਨਾ ਐਥਿਕਸ ਦਾ, ਰੱਬ ਨਾ ਬੰਦੇ ਦੀ ਉਸ ਸੁਰਤ ਦਾ, ਉਸ ਅਵੇਅਰਨੈਸ ਦਾ, ਉਸ ਜਾਗਰਤੀ ਦਾ, ਉਸ ਰੂਹ ਦਾ, ਉਸ ਬੰਦੇ ਦੀ ਅਸਲੀਅਤ ਦਾ, ਜਿਹਦੇ ਨਾਲ ਅਟੈਚਡ ਹੋ ਕੇ ਬੰਦਾ ਆਪਣੇ ਆਪ ਨੂੰ ਸਮੁੱਚੇ ਰੂਪ ਵਿੱਚ ਮਾਣ ਸਕਦਾ, ਖੁਸ਼ਨੁਮਾ ਅਹਿਸਾਸਾਂ 'ਚ ਜਾ ਸਕਦਾ। ਜਦੋਂ ਬੰਦਾ ਉਹਦੇ ਤੋਂ ਟੁੱਟ ਗਿਆ, ਦੁੱਖ ਉਹ ਕਿਤੇ ਸਪੈਸੀਫਿਕਲੀ ਡੈਸਟਨੀ 'ਤੇ ਜਾ ਕੇ ਨਹੀਂ ਮਿਲਣੇ, ਬਲਕਿ ਉਹ ਨਾਲ ਹੀ ਤੁਰ ਰਹੇ ਨੇ। ਉਹ ਹਰ ਰੋਜ਼ ਖਾਣਾ ਪੀਣਾ, ਰਹਿਣਾ ਸਹਿਣਾ, ਵਿਚਰਨਾ, ਹਰ ਲੈਵਲ 'ਤੇ ਹੀ ਦੁੱਖ ਹੈ, ਕਿਉਂਕਿ ਵਿਛੋੜਾ ਹੋ ਗਿਆ ਉਹਦੇ ਤੋਂ। ਵਿਛੋੜੇ 'ਚ ਹੀ ਹੁੰਦਾ, ਵਿਛੜੇ ਹੋਏ ਲੋਕ ਪਲ ਪਲ ਮਰਦੇ ਨੇ, ਪਰ ਪਰ ਰੋਂਦੇ ਨੇ, ਪਰ ਪਰ ਉਸ ਰੂਪ ਵਿੱਚ ਕੁਰਲਾਉਂਦੇ ਨੇ। ਸੋ ਉਹਦੀ ਬਾਤ ਵਿਛੋੜੇ ਦੇ ਰੂਪ ਵਿੱਚ ਹੈ। ਆਸ ਹਾਂ ਇਸੇ ਰਚਨਾ ਦੇ ਵਿੱਚ
ਜਿਹੜਾ ਪਹਿਲਾ ਪਦਾ ਮਹੀਨੇ ਦੇ ਸਰਨਾਵੇਂ ਨਾਲ ਪ੍ਰਾਰੰਭ ਹੁੰਦਾ ਹੈ, ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਾਣਾ, ਉਹਦੇ 'ਚ ਹੀ ਬਾਤ ਕੀਤੀ ਗਈ ਵੀ ਆਸ ਰੱਖ, ਤੇ ਉਸ ਆਸ ਨੂੰ ਪੂਰਾ ਕਰਨ ਵਾਸਤੇ ਚੇਤੇ ਵੀ ਰੱਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹਦੇ ਨਾਲ ਤੂੰ ਜਾ ਕੇ ਮਿਲਣਾ ਆ। ਸੋ ਇਹ ਬਾਤ ਉੱਥੋਂ ਪ੍ਰਾਰੰਭ ਹੁੰਦੀ ਹੈ। ਫਿਰ ਕਿਤੇ ਕਿਤੇ ਦਿਲ ਦੇ 'ਚ ਹੌਲ ਵੀ ਉੱਠਦੇ ਨੇ, ਵੈਸਾਖ ਤਿਰਣ ਕਿਉਂ ਵਾਂਢੀਆਂ, ਜਿੰਨਾ ਪ੍ਰੇਮ ਵਿਛੋੜਿਆ ਵਾਲਿਆਂ ਨੂੰ ਕਿੱਥੇ ਨੀਂਦ ਆਵੇ, ਕਿੱਥੇ ਧੀਰਜ ਬੱਝੇ ਜੀ। ਪਰ ਫਿਰ ਨਾਲ ਇਹ ਵੀ ਕਿਹਾ ਗਿਆ ਵੀ ਘਬਰਾ ਨਾ, ਨਜ਼ਰ ਮੰਜ਼ਿਲ ਤੇ ਰੱਖ, ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਨ, ਰਾਸਾੜ ਤਪੰਦਾ ਤਿਸ ਲੱਗੇ ਹਰ ਨਾ ਜਿੰਨਾ ਪਾਸ। ਇਹ ਬਾਤ ਅੱਗੇ ਤੁਰਦੀ ਗਈ। ਕਰਦਿਆਂ ਜਿੱਥੇ ਅਸੀਂ ਅੱਜ ਪਹੁੰਚੇ ਹੈਗੇ ਆ, ਇੱਥੇ ਮਹਾਰਾਜ ਬਿਆਨ ਕਰਦੇ ਨੇ, ਪੋਖ ਤੁਖਾਰ ਨਾ ਵਿਆਪਈ। ਤੁਖਾਰ ਲਫ਼ਜ਼ ਬੜਾ ਪਿਆਰਾ ਆ। ਵੈਸੇ ਤੁਖਾਰਾ ਇੱਕ ਸ਼ਹਿਰ ਦਾ ਵੀ ਨਾਂ ਹੈ, ਅਫਗਾਨਿਸਤਾਨ ਤੇ ਈਰਾਨ ਦੇ ਬਾਰਡਰ ਦੇ ਉੱਤੇ ਤੁਖਾਰਾ ਬੁਖਾਰਾ ਵਗੈਰਾ ਇਸ ਤਰੀਕੇ ਨਾਲ ਕਿਹਾ ਜਾਂਦਾ ਹੈ। ਇੱਥੇ ਤੁਖਾਰ, ਇਹਦੇ ਓਪੋਜ਼ਿਟ ਵਰਡ ਜਿਹੜਾ ਬਣਦਾ ਉਹ ਬਣਦਾ ਬੁਖਾਰ। ਬੁਖਾਰ ਬਾਰੇ ਸਾਨੂੰ ਪਤਾ ਆ, ਜਦੋਂ ਸਾਡੇ ਸਰੀਰ ਦਾ ਦਰਜੇ ਹਰਾਰਾ ਜਿਹੜਾ ਗਰਮੀ ਹੈ ਜਦੋਂ ਵੱਧ ਜਾਂਦੀ ਸੀ, ਕਿ ਨਾ ਬੁਖਾਰ ਹੋ ਗਿਆ। ਟੈਂਪਰੇਚਰ ਜਦੋਂ ਸਾਡੇ ਸਰੀਰ ਦੇ ਵਿੱਚ ਥੋੜ੍ਹਾ ਰਾਈਜ਼ ਕਰਦਾ, ਥੋੜ੍ਹਾ ਅਪਵਰਡ ਜਿਹੜਾ ਹੈਗਾ ਉਹ ਮੂਵ ਹੁੰਦਾ ਸੀ, ਕਹਿੰਦੇ ਕਿ ਯਸ ਬੁਖਾਰ ਹੈ। ਜੇ ਉਹੀ ਟੈਂਪਰੇਚਰ ਡਾਊਨਵਰਡ ਹੋ ਜਾਏ, ਥੱਲੇ ਚਲਾ ਜਾਏ, ਸਰੀਰ ਸ਼ਿਥਿਲ ਤੇ ਠੰਡਾ ਪੈਣਾ ਸ਼ੁਰੂ ਹੋ ਜਾਏ, ਸਮਝੋ ਤੁਖਾਰ ਹੈ। ਪੋ ਆਪਣੇ ਆਪ ਵਿੱਚ ਠੰਡ ਦਾ ਮਹੀਨਾ ਹੈ। ਇਹ ਸਿੰਬੋਲਿਕ ਰੂਪ ਵਿੱਚ ਠੰਡਕ ਦੀ ਬਾਤ ਹੋ ਰਹੀ ਹੈ। ਬੰਦੇ ਦਾ ਸਰੀਰ ਇਹ ਤੇ ਗਰਮ ਮੇਵੇ ਖਾ ਕੇ, ਪਦਾਰਥ ਖਾ ਕੇ, ਕੱਪੜੇ ਪਾ ਕੇ, ਉਸ ਕਿਸਮ ਦੇ ਜਿਹੜਾ ਹੈਗਾ ਸਾਜੋ ਸਮਾਨ ਵਿੱਚ ਰਹਿ ਕੇ ਉੱਥੋਂ ਉਹਦੇ 'ਚ ਗਰਮਾਇਸ਼ ਰਹਿੰਦੀ ਹੈ। ਪਰ ਜਿਹੜੀ ਬੰਦੇ ਦੀ ਮਨ ਦੀ ਦੁਨੀਆ ਹੈ, ਜਿਹਦੇ 'ਚ ਜੇ ਕਿਤੇ ਬੰਦੇ ਨੂੰ ਉਸ ਕਿਸਮ ਦੀ ਜਿਹੜੀ ਹੈ, ਜਿਹਨੂੰ ਅਸੀਂ ਕੋਲਡ ਬਲੱਡਡ ਵੀ ਕਹਿ ਦਿੰਦੇ ਹਾਂ ਕਈ ਵਾਰ ਲੋਕਾਂ ਨੂੰ, ਜਾਂ ਅਸੀਂ ਕੋਰੇ ਵੀ ਕਹਿ ਦਿੰਦੇ ਹਾਂ, ਅਸੀਂ ਕਈ ਨਾਂ ਯੂਜ਼ ਕਰਦੇ ਹਾਂ, ਕਿ ਜਿਨ੍ਹਾਂ ਲੋਕਾਂ ਦੇ ਕੋਲ ਸਨੇਹ ਨਹੀਂ, ਖਲੂਸ ਨਹੀਂ, ਮੁਹੱਬਤ ਨਹੀਂ, ਪਿਆਰ ਨਹੀਂ, ਜਿਨ੍ਹਾਂ ਦੇ ਕੋਲ ਮਨੁੱਖੀ ਜਜ਼ਬਾਤ ਨਹੀਂ, ਜਿਨ੍ਹਾਂ ਦੇ ਕੋਲ ਮਨੁੱਖ ਦਾ ਦਿਲ ਨਹੀਂ ਗਾ। ਇਹ ਕੀ ਹੈ? ਇਹ ਐਕਚੁਅਲ ਲੈਵਲ 'ਤੇ ਇਹ ਜਿਹੜੀ ਬਾਤ ਹੋ ਰਹੀ ਹੈ, ਇਹ ਹੈ ਤੁਖਾਰ ਦੀ ਅਵਸਥਾ। ਅਤੇ ਇਹ ਤੁਖਾਰ ਬੰਦਾ ਆਪ ਵੀ ਕਈ ਵਾਰੀ ਆਪਣੇ ਆਪ ਵਿੱਚ ਹੋ ਜਾਂਦਾ, ਅਤੇ ਕਈ ਵਾਰੀ ਬਾਹਰੋਂ ਫੇਸ ਕਰਦਾ ਤੁਖਾਰ। ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਪੋਹ ਦਾ ਮਹੀਨਾ ਜਿੰਨਾ ਮਰਜ਼ੀ ਠੰਡਾ ਆ, ਪਰ ਚੇਤੇ ਰੱਖਿਆ ਜੇ ਜਿਨ੍ਹਾਂ ਦੀ, ਕਿਉਂਕਿ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ, ਜਿਨ੍ਹਾਂ ਨੂੰ ਨਾ ਪ੍ਰਭੂ ਪਤੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਨੇਹ ਦੇਣ ਵਾਲਾ ਆ, ਜਿਨ੍ਹਾਂ ਦੀ ਸਾਂਝ ਉਹਦੇ ਨਾਲ ਹੋ ਗਈ, ਉਹਨਾਂ ਨੂੰ ਤੁਖਾਰ ਨਾ ਵਿਆਪਿਆ, ਉਹਨਾਂ ਦੇ ਜੀਵਨ ਵਿੱਚ ਨਿੱਘ ਦੀ ਕਮੀ ਨਾ ਆਈ, ਸਨੇਹ ਦੀ ਕਮੀ ਨਾ ਆਈ। ਜਿਹੜਾ ਰੱਬ ਦਾ ਪਿਆਰ ਆ, ਜਿਹਨੂੰ ਅਸੀਂ ਪੜ੍ਹਦੇ ਹੈਗੇ ਆ ਬਾਣੀ ਦੇ ਵਿੱਚ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਮਤਲਬ ਇਹ ਕਿ ਕਿਸੇ ਨੂੰ ਤੇ ਪਿਆਰਾ ਤਾਂ ਹੀ ਲੱਗਾਂਗਾ ਨਾ ਜੇ ਮੇਰੇ ਅੰਦਰ ਵੀ ਪਿਆਰ ਸਨੇਹ ਤੇ ਖਲੂਸ ਹੋਏਗਾ, ਮੁਹੱਬਤ ਹੋਏਗੀ। ਤੇ ਸੋ ਉਹ ਫਿਰ ਪ੍ਰੇਮ ਦੀ ਉਸ ਆਭਾ ਨੂੰ ਮਾਣਦਾ ਆ, ਵੰਡਦਾ ਆ। ਇਸ ਤਰ੍ਹਾਂ ਕਹਿ ਲਓ ਕਿ ਜਿਹੜੀ ਲਵ ਐਂਡ ਕੰਪੈਸ਼ਨ ਦੀ ਗੱਲ ਹੁੰਦੀ ਹੈ, ਉਹਦੇ ਨਾਲ ਬੰਦੇ ਦੇ ਪ੍ਰਣਾਣ ਦੀ ਬਾਤ ਕੀਤੀ ਜਾ ਰਹੀ ਹੈ। ਬਿਲਕੁਲ ਨਾਹ ਤੋਂ ਟੁੱਟ ਕੇ, ਜੇ ਅਸੀਂ ਸ਼ਬਦ ਪੜ੍ਹਦੇ ਹਾਂ, ਆਸਾੜ ਤਪੰਦਾ ਤਿਸ ਲੱਗਾ ਹਰ ਨਾਹ ਨਾ ਜਿੰਨਾ ਪਾਸ, ਉਸ ਆਸਾੜ ਦੀ ਤਪਸ਼ ਉਹਨੂੰ ਲੱਗਦੀ ਜਿਹਦੇ ਕੋਲ ਨਾਹ ਨਹੀਂ, ਤੇ ਤੁਖਾਰ ਵੀ ਉਹਨੂੰ ਵਿਆਪਦਾ ਜਿਹਦੇ ਕੋਲ ਨਾਹ ਨਹੀਂ। ਜਿਹੜੀ ਬੈਲੈਂਸਡ ਅਪਰੋਚ ਆ, ਰੱਬ ਦੇ ਨਿਰਮਲ ਭੈ ਵਿੱਚ ਰਹਿਣਾ, ਰੱਬ ਦੀ ਨਿਰਮਲ ਯਾਦ ਵਿੱਚ ਰਹਿਣਾ, ਇਹ ਬੰਦੇ ਲਈ ਬੜਾ ਜ਼ਰੂਰੀ ਹੈ। ਦਾਨੇ ਲੋਕਾਂ ਨੇ ਕਿਹਾ ਨਾ, ਕਾਲ ਤੇ ਅਕਾਲ ਦਾ ਚਿੰਤਨ ਬੰਦੇ ਦੀ ਸੁਰਤ 'ਚ ਹਰ ਵਕਤ ਰਹਿਣਾ ਚਾਹੀਦਾ, ਕਿਉਂਕਿ ਅਲਟੀਮੇਟਲੀ ਤੇ ਸਭ ਨੇ ਵਿਦਾਇਗੀ ਲੈਣੀ ਹੈ ਧਰਤੀ ਤੋਂ। ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਇਹ ਨੇ ਕਿ ਬੰਦੇ ਇਸ ਚੀਜ਼ ਨੂੰ ਕਦੀ ਨਾ ਭੁੱਲੀ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਜਿਸਨੇ ਇਹ ਕੰਚਨ ਵਰਗੀ ਕਾਇਆ ਦਿੱਤੀ, ਪਦਾਰਥ ਖਾਣ ਪਾਣ ਰਹਿਣ ਸਹਿਣ ਸਭ ਕੁਝ ਪ੍ਰੋਵਾਈਡ ਕੀਤਾ, ਜੇ ਕਿਤੇ ਉਹੀ ਜਿਹਦੀ ਹੁਕੂਮਤ ਜ਼ਰਰੇ ਜ਼ਰਰੇ 'ਚ ਹੈ, ਉਹ ਸਾਨੂੰ ਬੁਲਾ ਕੇ ਹਿਸਾਬ ਮੰਗੇ ਸਾਡੇ ਤੋਂ, ਸਾਨੂੰ ਕਹੇ ਸੱਜਣਾ ਤੈਨੂੰ ਚੰਗਾ ਖਾਣ ਨੂੰ, ਪਾਣ ਨੂੰ, ਰਹਿਣ ਨੂੰ, ਸਭ ਕਾਸੇ ਨੂੰ ਦਿੱਤਾ, ਤੇ ਤੂੰ ਅਮਲ ਵਿੱਚ ਕੀ ਕਰਦਾ ਰਿਹਾ। ਇੱਥੇ ਜਾ ਕੇ ਬੰਦੇ ਦੀ ਫਿਰ ਅਕਾਊਂਟੇਬਿਲਿਟੀ ਜਿਹੜੀ ਉਹ ਤੈਅ ਹੁੰਦੀ ਹੈ। ਫਿਰ ਉਹਨੂੰ ਪਤਾ ਲੱਗਦਾ, ਹਾਂ
मेरे अमल मेरे कर्म जिहड़े ने वो चंगेरे होने चाहिए सीगे या जिन्होंने पहला पता लग जाता वो कहता मैं चंगे कर लैने ने। सो गुरु बाबा जी ने बयान किया जिन्होंने अकाल पुरख वाहिगुरू ने गल ला लिया तो गल लाण तो मुराद ही वो भै भाव विच रहिंदा है। जिहड़ा मनुख रब दे एहसास नूं अपनी सुरत विच अमा लैंदा आ। देखो इहदा तुसी टर्मिनोलॉजी डिफरेंट यूज़ कर सकते हो। सम पीपल कैन से गॉड, सम पीपल कैन से अल्लाह, सम पीपल कैन से एनी अदर नेम, बट एंड ऑफ द डे आई शुड से एग्जिस्टेंस जिहड़ी होंद धरती दे उत्ते जिहदे करके सारी होंद है, तो जिहड़ी अपनी होंद नूं आप स्थापित करके बैठा है। इस नूं फिर कईयां दी अप्रोच डिफरेंट हो सकती है। कई आले दुआले दी जिहड़ी मनुखी जिंदगी है इहदा एहतराम करते हैं। उन्हां दी एहतराम करदिआं होइआं उन्हां नूं स्नेह खलूस ते मुहब्बत वो वंडदे ने ते उहदे इवज विच अपने मन की दुनिया दे विच जिहड़ी जीवन की असल कह लो कि संतोख बिरती है, जिहड़ी जीवन की असल तृप्ति है, उसनूं वो अपना सकते हैं। सो गुरु बाबा जी ने कहा ऐसे मनुख नूं फिर तुखार नहीं व्यापदा, ऐसे मनुख नूं फिर किसी लैवल ते भी वो कोरापन तंग नहीं करता, जिहदे करके मनुख बड़ा ड्राई ते बड़ा जिहड़ा वो कोल्ड हार्टड हो जाता है। साहब ने बयान किया, सब कहते कि पोख तुखार न व्यापई कंठ मिलिया हरना, मन बेदिया चरनार बिंद। मन बेदिया, बेदिया होंदा विन्या जाना। हालांकि साडे सिनेमे की दुनिया ते खास करके जिहड़ी गीत नादां की दुनिया आ, इसने मनुखी समाज दे विच जदों असीं प्यार की गल करते हैं फिर एक ही प्यार की गल आउंदी है जिन्हों तुसीं मजाजी प्रीत कहते हो, जिहड़ा खास करके दो इंडिविजुअल्स दे विच लव फुल विद इंटीमेसी, मतलब इस किस्म की गल होंदी है। हालांकि गुरु ग्रंथ साहिब ते साडी जिहड़ी सिੱਖੀ विचारधारा आ उसनूं एक रूहानी लैवल ते लै आउंदी है। ਉਹਦੇ ਵਿੱਚ ਵੀ ਜਿਵੇਂ ਸਾਡੀ ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ ਹੈ, ਬਾਣੀ 'ਚ ਅਸੀਂ ਕਿੰਨੀ ਵਾਰੀ ਬਚਨ ਪੜ੍ਹੇ ਨੇ ਕਿ ਧਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ। ਉੱਥੇ ਜੋਤ ਇੱਕ ਆ, ਮੂਰਤਾਂ ਭਾਵੇਂ ਦੋ ਦਿਸਦੀਆਂ ਨੇ। ਭਾਵ ਇੱਕ ਐਸੀ ਅੰਡਰਸਟੈਂਡਿੰਗ ਹੈ ਉਸ ਰਿਲੇਸ਼ਨਸ਼ਿਪ ਦੇ ਵਿੱਚ ਕਿ ਜਿਹਦੇ 'ਚ ਉਹ ਜਿਹੜਾ ਇੰਟੀਮੇਟਸੀ ਦਾ ਪਾਰਟਨਰ ਆ ਉਹਦੇ ਨਾਲ ਜਿਹੜਾ ਜੀਵਨ ਯਾਪਨ ਆ ਉਹ ਇੱਕ ਨੈਕਸਟ ਲੈਵਲ 'ਤੇ ਆ ਜਾਂਦਾ ਹੈ। पर हुण जिहड़ी बात हो रही है, जिहड़ी मिनती करन लगा सी, मन बेदिया चरनार बिंद। मन बेदिया मन नूं विन दिता। इत्थे जिहड़ा खास रूप दे विच लव दा सिंबल भी बनाया जाता है, उहदे च एक हार्ट शेप बनाई जाती हैगी है। हालांकि आई हैव नो क्लू कित्थों हार्ट की शेप उवें आई। हार्ट की शेप तो सारिਆਂ ਨੂੰ पता डिफरेंट वे नाल हुंदी है, पर वो शेप बना के तो उहदे विच दी एक एरो पास किया जाता है, वो विच तीर लग जाना। इत्थे गुरु साहब ने कहते मन बेदिया, इत्थे मन विन्ने जाण की बात की है। भाव कुछ गल्लां जिहड़ियां ने, कुछ इहो जे जज्बात, कुछ इहो जी जीवन यापन करने वास्ते कुछ ख्याल जिहड़े बंदे दे मन नूं छू जाण, जिहड़े बंदे नूं अपील कर जाए, बंदा कहे कि यस ये चीज़ जिहड़ी ये अपील कर गई, इनू तो पक्का ही जीना है। हुण सब ने क्या मन बेदिया चरनार बिंद, मेरा मन विन्निया गया चरनार बिंद। अकाल पुरख वाहिगुरू दे चरनां दे रस विच जिहड़ा उहदी मकरंद आ उहदे विच मेरा मन विन्निया गया। दर्शन लगड़ा साह ते हुण हर एक जिन्हों साह का मतलब इत्थे है जिन्हों लिव भी क्या गया, पर इत्थे मायने ये ने। बंदा कहता कि कई बार चीज़ां होंदियां ने असी इतना ज़्यादा किसी चीज़ नाल इंगेज कर लेने अपने आप को, इतनी एसोसीएशन गहरी बिल्ड कर लेने, इतनी डीप हो जाती है, असी कहने कि ये तो बिना मैं जी नहीं सकता, मेरी डिपेंडेंसी ये ते हो गई। इन्हूं मैं कई बार एडिक्शन साइड तो बयान करदा कि जे तुसी किसी चीज़ का एडिक्ट होना आ तो साडे ते काउंसलिंग कहा जाता है
कि try to be advocate of good addiction. Some people sometimes say, how can you distinguish between addiction? Addiction is addiction. Doesn't matter it's a good, it's actually what kind of addiction. We cannot say it's a good or bad. No. Okay, some people are bad addiction, some people are involved in bad addiction, but some are in good. So what is the definition of good addiction? ਇਹਦੀ addiction ਦੀ ਪਰਿਭਾਸ਼ਾ ਇਹ ਹੁੰਦੀ ਹੈ ਕਿ ਜਿਵੇਂ ਸਪੋਜ਼ ਕਰੋ ਕੁਝ ਲੋਕਾਂ ਨੂੰ ਐਕਸਰਸਾਈਜ਼ ਕਰਨ ਦਾ ਉਹ ਮਤਲਬ ਉਹ ਚੇਟਕ ਲੱਗ ਗਈ ਹੈ. Some people are really actually they cannot live without read good books. Some people are totally ਜਿਹਨੂੰ ਕਿਹਾ ਜਾਏ ਕਿ ਉਹਨਾਂ ਨੂੰ ਇੱਕ ਐਸੀ ਚੇਟਕ ਉੱਠੀ ਹੈ, ਉਹ ਕਿਸੇ ਨੂੰ ਮਦਦ ਕਰਦੇ ਨੇ, ਵਲੰਟੀਅਰ ਵਰਕ ਕਰਦੇ ਨੇ. ਇਹ ਸਾਰੇ ਐਡਿਕਸ਼ਨ ਨੇ ਪਰ ਗੁੱਡ ਨੇ. ਇਨ ਬਿਨ ਜਿਹੜੀ ਸਪਿਰਿਚੁਅਲਿਟੀ ਹੈ ਸੈਲਫ ਇੰਪਰੂਵਮੈਂਟ ਵਾਸਤੇ, ਸੈਲਫ ਬੈਟਰਮੈਂਟ ਵਾਸਤੇ, ਬੰਦਾ ਆਪਣੇ ਆਪ ਨੂੰ ਮਾਈਂਡਫੁਲ ਕਰਨ ਲਈ ਰੂਹਾਨੀ ਆਵਰਣ ਵਿੱਚ ਜਾਂਦਾ ਆ. ਜਿਵੇਂ ਸਪੋਜ਼ ਕਰੋ ਅੱਜ ਦੇ ਹਾਲਾਤਾਂ 'ਚ ਅਸੀਂ ਦੇਖ ਰਹੇ ਹੈਗੇ ਹਾਂ ਦੁਨੀਆ ਪੱਧਰ 'ਤੇ ਵੈਸੇ ਤਾਂ ਬਹੁਤ ਸਾਰੇ ਇਸ਼ੂਜ਼ ਨੇ. ਜਦੋਂ ਇਲੈਕਸ਼ਨ ਜੋ ਇਸ ਤਰੀਕੇ ਨਾਲ ਇਟ ਵਾਜ਼ ਹੈਪਨਿੰਗ ਔਰ ਇਟ ਵਾਜ਼ ਟੇਕਿੰਗ ਪਲੇਸ ਇਨ ਸਟੇਟਸ, that time people were so worried, we don't know what's going to happen, but there were some people who were very hopeful and were saying don't worry, ਸਾਨੂੰ ਨਹੀਂ ਪਤਾ ਪਰ ਕਰਤਾਰ ਦਾ ਬਣਿਆ ਹੋਇਆ ਪ੍ਰੋਗਰਾਮ ਹੈ, ਉਹਦੇ 'ਚ ਸਭ ਚੀਜ਼ਾਂ ਆਪਣੇ ਆਪ ਅਨਫੋਲਡ ਹੁੰਦੀਆਂ ਲੱਗੀਆਂ ਜਾਣਗੀਆਂ. ਐਗਜ਼ੈਕਟਲੀ ਇਹੋ ਚੀਜ਼ ਹੋਈ. ਅੱਜ ਇੰਨੀ ਰਜਿਸਟੈਂਸ ਤੇ ਸਭ ਕੁਝ ਹੋਣ ਦੇ ਬਾਵਜੂਦ ਵੀ ਅੱਜ ਉਹਨੂੰ ਸਵੀਕਾਰਿਆ ਗਿਆ. ਜੋ ਬਾਈਡਨ ਜਿਹੜਾ ਹੈਗਾ ਐਜ਼ ਏ ਨੈਕਸਟ ਪ੍ਰੈਜ਼ੀਡੈਂਟ ਉਹਨੂੰ ਵੈਲਕਮ ਕੀਤਾ ਗਿਆ. ਸਾਰੀਆਂ ਚੀਜ਼ਾਂ ਹੋਈਆਂ. ਇਨ ਬਿਨ ਜੋ ਇਸ ਵਕਤ ਇੰਡੀਆ ਦੇ ਵਿੱਚ ਉਹ ਚੱਲ ਰਿਹਾ ਹੈ, ਸਭ ਸਟਰਗਲ ਹੋ ਰਹੀ ਹੈ. ਸਮ ਪੀਪਲ ਆਰ ਵਰਿਡ ਅ ਲੋਟ, ਦੇ ਵਰ ਥਿੰਕਿੰਗ ਪਤਾ ਨਹੀਂ ਕੀ ਹੋਣਾ ਕਿਸ ਰੂਪ ਦੇ ਵਿੱਚ. ਅਤੇ ਇਹਦੇ 'ਚ ਮੈਂ ਇਤਨੀ ਬੇਨਤੀ ਕਰਾਂਗਾ ਕਿ ਨੋ ਡਾਊਟ ਸੰਘਰਸ਼ ਜਿਹੜਾ ਆ ਇਹ ਹੱਕਾਂ ਲਈ ਕਰਨਾ ਪੈਂਦਾ ਆ. ਕਿਰਸਾਨੀ ਜੂਝ ਰਹੀ ਉਹਦੇ ਵਾਸਤੇ, ਕਿਰਤੀ ਲੋਕ, ਕਿਸਾਨ ਲੋਕ ਜਿਹੜੇ ਨੇ. ਅਤੇ ਇਹ ਇਸ ਤਰ੍ਹਾਂ ਕਹਿ ਲਓ ਕਿ ਸਟੇਟ ਵਰਸਸ ਫਾਰਮਰ, ਇਕੱਲਾ ਇਹ ਨਹੀਂ ਗਾ. ਮੈਨੂੰ ਪਹਿਲਾਂ ਬਿਆਨ ਕੀਤਾ ਸੀ ਕਾਰਪੋਰੇਟ ਵਰਸਸ ਫਾਰਮਰ ਹੈ, ਇਹ ਚੀਜ਼ ਹੋ ਰਹੀ ਹੈ. ਅਤੇ ਇਹ ਦੁਨੀਆ ਪੱਧਰ 'ਤੇ ਸਟਰਗਲ ਅੱਗੇ ਅੱਗੇ ਇਹ ਚੱਲੇਗੀ. ਪਰ ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਉਹਦੇ 'ਚ ਇਹ ਹੈ ਕਿ ਜਿਹੜਾ ਆਊਟਕਮ ਆ ਉਹ ਆਲਰੇਡੀ ਬੜਾ, ਜਿਹਨੂੰ ਕਿਹਾ ਜਾਏ ਕਿ ਬੜਾ ਫਰੂਟਫੁਲ ਕਹਿ ਸਕਦੇ ਹਾਂ ਅਸੀਂ, ਜੇ ਮੈਂ ਸਹੀ ਲੈਵਲ 'ਤੇ ਦੇਖਾਂ. ਅਤੇ ਇੰਨੇ ਮਨੁੱਖਾਂ ਦੇ ਵਿੱਚ ਅਵੇਅਰਨੈਸ ਆਵੇ ਆਪਣੇ ਹੱਕ ਹਕੂਕ ਦੇ ਬਾਰੇ. ਇਟਸ ਏ ਗਲੋਰੀ ਆਫ ਦੈਟ ਡੈਮੋਕ੍ਰੈਟਿਕ ਪ੍ਰੋਸੈਸ. ਇਸ ਲੈਵਲ 'ਤੇ ਇਹਨੂੰ ਦੇਖਿਆ ਜਾ ਸਕਦਾ ਹੈਗਾ. ਅਤੇ ਉਹ ਹਾਂ ਰਜਿਸਟੈਂਸ ਹੋ ਰਹੀ ਹੈ. ਸਟੈਬਲਿਸ਼ਮੈਂਟ ਜਿਹੜੀ ਹੈ ਖਾਸ ਕਰਕੇ ਜਿਹੜੀ ਗਵਰਨਿੰਗ ਬਾਡੀ ਆ ਉਹ ਬੜੀ ਰਜਿਸਟ ਕਰ ਰਹੀ ਹੈ. ਪਰ ਇਹ ਉਹਨਾਂ ਨੂੰ ਵੀ ਕੋਈ ਦੱਸੇ ਕਿ ਐਕਚੁਅਲ ਲੈਵਲ 'ਤੇ ਇਹ ਤਾਂ ਬਲਕਿ ਤੁਹਾਡੀ ਇੰਪਾਵਰਮੈਂਟ ਹੈ ਬੜੀ ਵੱਡੀ. ਇਹਦੇ ਨਾਲ ਲੌਂਗ ਰਨ ਦੇ ਵਿੱਚ ਜਿਹੜੇ ਇਸ ਧਰਤੀ ਦੇ ਵਸਨੀਕ ਨੇ ਉਹ ਪਾਰਟੀਸਪੇਟ ਕਰ ਸਕਣਗੇ ਇੱਥੋਂ ਦੇ ਸਹੀ ਪ੍ਰੋਸੈਸ ਦੇ ਵਿੱਚ. ਸੋ ਇਹਦੇ ਲਈ ਆਲਰੇਡੀ ਫਰੂਟ ਤੇ ਆ ਚੁੱਕਾ ਹੈ, ਆਲਰੇਡੀ ਲੋਕਾਂ 'ਚ ਅਵੇਅਰਨੈਸ ਇਹ ਚੀਜ਼ ਆ ਗਈ ਹੈ. ਹੁਣ ਨੈਕਸਟ ਜਿਹੜਾ ਲੈਵਲ ਹੈ ਉਹ ਵੀ ਹੌਲੀ ਹੌਲੀ ਇਟ ਵਿਲ ਟੇਕ ਪਲੇਸ. ਅਰਦਾਸ ਇਹੀ ਹੈ ਚੰਗੀ ਤਰ੍ਹਾਂ ਹੋਏ. ਪਰ ਇਹ ਚੀਜ਼ ਹੈ, ਪਰ ਜਿਹੜਾ ਬਚਨ ਜਿਹੜਾ ਅਸੀਂ ਪੜ੍ਹ ਰਹੇ ਸੀਗੇ ਕਿ ਜਦੋਂ ਬੰਦੇ ਨੂੰ ਚੇਟਕ ਲੱਗ ਗਈ ਕਿਸੇ ਚੀਜ਼ ਦੀ, ਮੈਂ ਕਿਹਾ ਸੀਗਾ ਕਿ ਅਸੀਂ ਜਿਹੜੀ ਸਪਿਰਿਚੁਅਲਿਟੀ ਹੈਗੀ ਹੈ, ਸਪਿਰਿਚੁਅਲਿਟੀ ਬੰਦੇ ਨੂੰ ਮਾਈਂਡਫੁਲ ਬਣਾਉਂਦੀ ਹੈ. ਕੋਈ ਸਿਚੁਏਸ਼ਨ ਹੋਏ, ਕੋਈ ਹਾਲਾਤ ਹੋਣ, ਉਹ ਕਰਤਾਰ ਦੇ ਭਰੋਸੇ ਤੋਂ ਟੁੱਟਦਾ ਨਹੀਂਗਾ. ਉਹ ਅਕਾਲ ਪੁਰਖ ਵਾਹਿਗੁਰੂ. ਅਤੇ ਜਿਹੜਾ ਬੰਦਾ ਇਸ ਬਲੀਵ ਸਿਸਟਮ ਵਿੱਚ ਪ੍ਰੋਪਰਲੀ ਚਲਾ ਜਾਂਦਾ ਆ ਅਤੇ ਸਹੀ ਰੂਪ ਦੇ ਵਿੱਚ ਸਹੀ ਡਾਇਰੈਕਸ਼ਨ ਮਿਲਦੀ ਹੈ, ਜਿਵੇਂ ਲੜੀਵਾਰ ਗੁਰਬਾਣੀ 'ਚ ਗੁਰੂ ਵਾਲੇ ਰਾਹ ਦੀ ਬਾਤ ਕਰਦੇ ਸੀਗੇ, ਡੈਫੀਨੇਟਲੀ ਉਹ ਜਿਹੜੀ ਚੀਜ਼ ਆ ਉਹ ਉਸ ਨੂੰ ਉਹਦੀ ਮੰਜ਼ਿਲ ਤੋਂ ਦੂਰ ਨਹੀਂ ਰੱਖੇਗੀ, ਉਹ ਮੰਜ਼ਿਲ ਮਕਸੂਦ ਤੱਕ ਲੈ ਜਾਏਗੀ. ਸਾਹਿਬ ਪਾਤਸ਼ਾਹ ਨੇ ਬਿਆਨ ਕੀਤਾ, ਹੁਣ ਹਾਲਤ ਇਹ ਬਣ ਗਈ ਮਨ ਬੇਦਿਆ ਚਰਨਾਰ ਬਿਨ ਦਰਸ਼ਨ ਲਗੜਾ ਸਾਹੇ ਕਰਤਾਰ, ਤੇਰੇ ਦੀਦਾਰ ਕਰਨ ਦੇ ਨਾਲ ਹੀ ਜੀਵਨ ਆ, ਇਹਦਾ ਮੈਂ ਐਡਿਕਟ ਹੋ ਚੁੱਕਾ. ਮੈਂ ਤੇਰੀ ਹੀ ਉਸ ਜੀਵਨ ਯਾਪਨ ਦੇ ਨਾਲ ਜਿਹਦੇ ਵਿੱਚ ਤੇਰੀ ਯਾਦ ਹੈ,
तेरी याद नाल मन की बिरती नूं जोड़न वाला सारा कारज आ मैं उहदे नाल अपने आप नूं अटैचड कर लिया हैगा। अगला बचन लिखिया, ओट गोविंद गोपाल राय सेवा स्वामी ला। हे गोविंद हे गोपाल, मैनू तेरी ओट आ ते तेरी ओट लैके तेरे अगे मैं अरदास करदा, ओट गोविंद गोपाल राय सेवा स्वामी ला। हे स्वामी, मैनू अपनी सेवा विच रखी, मैनू अपनी सेवा तो दूर ना करी। मैं साखी रूप में जिन्होंने बयान करा ना तो चीज़ां बड़ियां कई बारी भावपूर्त होंदियां ने। गुरु नानक साहब जी दे कोल भाई लैणा जी आए तो जस्ट एक जिन्हों कह लो कि काइंड ऑफ विंडो शॉप की तरह ही सीगे भी। दे वर विजिटिंग गुरु नानक साहब टू फाइंड आउट पीपल हैड प्रेज्ड ए लॉट। सो लेट्स सी what kind of school Guru Nanak Sahib is running over there, what kind of ideology or teachings Guru Nanak Sahib offered. So इस वास्ते उत्थे आए सीगे। जदों उत्थे आए तो जिन्हों क्या भी नदरी नदर निहाल वाली बात हुई, एहसास होया जिस चीज़ नूं लभ रहा सी वो लभ गई है। खैर उस तो बाद जिहड़े जिथे अगे जाना सीगा प्रोग्राम बनिया सीगा किसी देवी दे उस जगह ते जाण दा, वो बड़ा एक जथा लैके आए सी पिंड तो। उन्होंने सुनेहा भेजता, भाई तुसी जाओ, मैनू मेरी मंजिल मिल गई है। फिर लंबा समा रहे, दोबारा गुरु साहब ने दे कोलों विदाई लैके गए करे अपने जिहड़ा हैगा खाडूर, तो फिर वापस आ गए थोड़े दिनों बाद। साखियां बड़ी बार सुनिया ने, वो आए झोने का उदों कख कड्डे जा रहे, सब चीज़ां इस रूप में। खैर काफ़ी दिन ठहरे तो गुरु नानक साहब ने कहा भी लैणा जी गल ये है भी बिना शक तुसी दसते हो कि तुहाडा घर परिवार पिछे सब चीज़ां बड़िया वधिया चल रही ने, हड्डी कार वधिया चल रही है, पर जे तुसी जाना चाहो तो बिना शक घरे जाके अपना जिहड़ा विजिट कर आओ, जिन्हों कहा जाए कि मेल मिलाप कर आओ। हथ बन के कहते पातशाह सच ये है कि वो घर परिवार दी जिम्मेवारियां जिवें मैं क्या निभ रही ने, पर हुण मेरी जिहड़ा अंदर दी सुरत दा परिवार वो तुसीं होर कोई नहीं हैगा, बाकी तुहाडा हुक्म सिर मत्थे, तुसी हुक्म कर दिओ ते मैं चला जाना। साहब कहते ठीक है। हुण वो रैडी हो गए जाण वास्ते सब चीज़ां। खैर गुरु नानक साहब दे कोलों जदों विदा होण लगे, गुरु बाबा जी आप नाल चल के करतारपुर दी बाहर जू तक छड्डण लई आए। जदों गुरु बाबा जी छड्ड के उत्थों जू तो कहण लगे लैणिया हुण तू जा, तुर पैण लगे। तुरन तो पहला हथ बन के बेनती की, गुरु पातशाह एक चीज़ तो मैं पुछणी भुल गया, भेज तुसी रहे हो, आउण दा हुक्म कदों है, कदों आवां वापस? आखिरकार आने वास्ते कुछ सुनेहा दिओ। सिख होने का मायना देखो की हुंदा आ। जो बात हुई गुरु नानक साहब हस पे ते हस के गलवकड़ी पा के कहते कहते लहणिया आने वास्ते तेरे ते कोई पाबंदी नहीं, जदों तेरा मन करे, जदों तेरा दिल करे, जदों तू चाहे उदों आ जी। कहने लगा जी ठीक है। खैर गुरु साहब वापस खेतों विचों हुंदे होए गिराई आ गए, पिंड आ गए, तो उसते आके गुरु महाराज ने धर्मशाल विच जो अपने घर परिवार जिथे महल गुरु के रहिंदे सी प्रवेश किया, तो गुरु बाबा जी की नोटिस करते कि जिवें लैणा जी रोज़ अक्सर हुंदा सीगा कि उन्होंने मंजा गुरु साहब का विछाया होना, रखिया होना, उत्थे हाथ पैर धोण वास्ते कोई मिट्टी घट्टा लग जाता, सानूं पता साडे उत्थे इहो जिहा सारा उत्थे आबो हवा आ, तो उहदे लई वड्डा गड़वा पानी का रखिया होना, नाल कपड़ा होना, सब उस तरीके नाल। जिवें ही गुरु साहब आए तो आके देखते कमाल है, मंजा भी पिया है उत्थे, इत्थे गड़वा भी पिया, सारियां चीज़ां। तो महाराज एकदम आवाज़ ला के देंदे, दस दे या उन्होंने दूसरे को पुछते इस बारे कन्फर्म करते भी वो भाई अजे लैणा तो पिंड की जू भी नहीं टप्पिया, बिल्कुल लैणे वर्गी सेवा किने संभाल ली। अजे बात हुई
ਤੇ ਭਾਈ ਲਹਿਣਾ ਜੀ ਕਹਿੰਦੇ ਗੁਰੂ ਸਾਹਿਬ ਲੋ ਹੱਥ ਪੈਰ ਧੋ। ਬਾਬਾ ਜੀ ਉਹਦੇ ਵੱਲ ਦੇਖਦੇ, ਕਹਿਣ ਲੱਗੇ ਲਹਿਣਿਆ ਤੁਸੀਂ ਤੇ ਚਲੇ ਗਏ ਸੀ? ਕਹਿਣ ਲੱਗੇ ਹਾਂ ਬਾਬਾ ਮੈਂ ਚਲਾ ਗਿਆ ਸੀਗਾ। ਕਹਿਣ ਲੱਗੇ ਫਿਰ ਵਾਪਸ ਕਿਵੇਂ ਆਏ? ਕਹਿਣ ਲੱਗੇ ਜੀ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਵਾਪਸ ਕਦੋਂ ਆਉਣਾ ਆ। ਮਹਾਰਾਜ ਇੱਧਰ ਤੁਸੀਂ ਮੂੰਹ ਮੋੜਿਆ, ਇੱਧਰ ਤੁਸੀਂ ਨਗਰ ਵੱਲ ਨੂੰ ਤੁਰੇ, ਮੇਰੇ ਮਨ ਵਿੱਚ ਉਸੇ ਵਕਤ ਆਵਾਜ਼ ਆਈ ਲਹਿਣਿਆ ਤੇਰਾ ਗੁਰੂ ਬਿਨਾਂ ਗੁਜ਼ਰ ਨਹੀਂ ਹੋਣਾ। ਲਹਿਣਿਆ ਜਿਵੇਂ ਅਸੀਂ ਸ਼ਬਦ ਹੀ ਪੜ੍ਹਦੇ ਹਾਂ, ਜਿਹੜਾ ਪਹਿਲਾ ਸ਼ਲੋਕ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਨੇ ਰਚਨਾ ਰਚੀ ਗੁਰੂ ਨਾਨਕ ਸਾਹਿਬ ਜੀ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ, ਤੇ ਉਹੀ ਸੀਗਾ ਗੁਰੂ ਬਣਨ ਤੋਂ ਬਾਅਦ ਉਹਨਾਂ ਦੇ ਕਿ ਜਿਸ ਪਿਆਰੇ ਸਿਓ ਨੇਹ ਤਿਸ ਆਗੇ ਮਰ ਚੱਲੀਆ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਨ। ਐਸੀ ਸਨੇਹਦਾਰੀ ਬਣੀ। ਕਿਹਾ ਇੱਕਦਮ ਮੇਰੇ ਮਨ ਨੇ ਕਿਹਾ ਉਹ ਲੈਣਿਆ ਹੋਰਾਂ ਦਾ ਕੰਮ ਤੇ ਸ਼ਾਇਦ ਚੱਲ ਜਾਏਗਾ, ਪਰ ਤੇਰਾ ਤੇਰੇ ਗੁਰੂ ਬਿਨਾਂ ਨਹੀਂ ਚੱਲਣਾ। ਕਹਿਣ ਲੱਗੇ ਮਹਾਰਾਜ ਮੇਰਾ ਉਦੋਂ ਹੀ ਜੀ ਕਰ ਆਇਆ। ਤੁਸੀਂ ਕਹਿੰਦੇ ਜਦੋਂ ਜੀ ਕੀਤਾ ਇਹ ਰੂਪ ਹੈ, ਇਹ ਹੈ ਡਿਪੈਂਡੈਂਸ, ਇਹ ਹੈ ਐਡਿਕਸ਼ਨ। ਬੰਦਾ ਅਧਿਆਤਮੀ ਤੌਰ ਦੇ ਉੱਤੇ ਇਹੋ ਜਿਹੀ ਰਚਨਾ ਦੇ ਨਾਲ ਐਸੋਸੀਏਸ਼ਨ ਬਣਾ ਲੇ ਜਿਹਦੇ ਬਿਨਾਂ ਲੱਗੇ ਗੁਜ਼ਰ ਨਹੀਂ ਹੋਣਾ ਮੇਰਾ। ਬਾਣੀ ਪੜ੍ਹਨੀ, ਸਤਸੰਗ ਕਰਨਾ, ਚੰਗੇਰੇ ਵਿਚਾਰ, ਖਿਆਲ, ਸੋਚ, ਉਹੋ ਜਿਹੇ ਮੁਹਾਜ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਣਾ। ਇੱਥੇ ਗੁਰੂ ਅਰਜਨ ਸਾਹਿਬ ਨੇ ਬਿਆਨ ਕੀਤਾ, ਕਹਿਣ ਲੱਗੇ ਦਾਤਾ ਆਪਣੀ ਸੇਵਾ ਵਿੱਚ ਲਾ ਲੈ। ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ। ਇਸ ਤਰੀਕੇ ਨਾਲ ਕਰ ਲੈ, ਬਾਂਹ ਫੜ ਲੈ ਕਿ ਤੇਰੇ ਵਾਲੇ ਪਾਸਿਓਂ ਹਟਣ ਨੂੰ ਜੀ ਨਾ ਕਰੇ। ਅਗਲਾ ਬਚਨ ਲਿਖਿਆ ਹੈ, ਵਿਖਿਆ ਪੁਹ ਨਾ ਸਕਈ ਮਿਲ ਸਾਧੂ ਗੁਣਗਾ। ਜਦੋਂ ਬੰਦਾ ਕਿਸੇ ਸਾਧਕ ਬਿਰਤੀ ਦੇ ਵਿੱਚ ਸਾਧੂ ਰਾਹ ਦੇ ਉੱਤੇ ਤੁਰ ਪੈਂਦਾ ਆ, ਜਿਵੇਂ ਸਪੋਜ਼ ਕਰੋ ਜੀਵਨ ਐਨਰਜੀ ਹੈ ਬਸ, ਤੇ ਇਸ ਐਨਰਜੀ ਨੂੰ ਸਹੀ ਡਾਇਰੈਕਸ਼ਨ ਚਾਹੀਦੀ ਹੈ, ਸਹੀ এনवायरमेंट ਚਾਹੀਦਾ ਹੈ, ਤੇ ਸਹੀ ਤਰੀਕੇ ਦੇ ਮਾਹੌਲ ਵਿੱਚੋਂ ਇਹ ਚੰਗੇ ਡਿਸੀਜਨ ਬਣਾ ਸਕਦੀ ਹੈ, ਚੰਗੀ ਚੋਣ ਕਰ ਸਕਦੀ ਹੈ। ਸਾਧੂ ਬਿਰਤੀ ਇਹਦਾ ਮਾਇਨਾ ਇਹ ਹੈ ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ਨੂੰ ਸਾਧ ਲਿਆ, ਸੁਧਾਰ ਲਿਆ, ਉਹਨਾਂ ਦੀ ਸੰਗਤ ਵਿੱਚ ਰਹਿਣਾ। ਸਾਹਿਬ ਨੇ ਕਿਹਾ ਜਦੋਂ ਮਿਲ ਸਾਧੂ ਗੁਣਗਾਹ, ਜਿਹੜੇ ਗੁਰੂ ਨਾਲ ਜੁੜੇ ਹੋਏ ਉਹ ਸਾਧਕ ਲੋਕ ਜਿਨ੍ਹਾਂ ਨੇ ਆਪਣਾ ਜੀਵਨ ਸਾਧਿਆ, ਉਹਨਾਂ ਦੀ ਸ਼ੈਡੋਇੰਗ ਮਿਲ ਗਈ। ਵਿਖਿਆ ਪੋਹ ਨਾ ਸਕੇ। ਵਿਖਿਆ ਕਹਿੰਦੇ ਜ਼ਹਿਰ ਨੂੰ। ਸਭ ਤੋਂ ਵੱਡਾ ਜ਼ਹਿਰ ਕੀ ਹੈ? ਵਕਾਰ। ਵਕਾਰਾਂ ਤੋਂ ਵੱਡਾ ਜ਼ਹਿਰ ਕੀ ਹੋਏਗਾ? ਮਨ ਦੀ ਦੁਨੀਆ ਨੂੰ, ਜਿਹਦੇ 'ਚ ਬੰਦੇ ਦੀ ਸੋਚ, ਚਿਤਵਣੀ, ਸੁਪਨੇ, ਹਰ ਚੀਜ਼ ਪਈ ਹੈ, ਉਹ ਇਹ ਵੀ ਹੋ ਸਕਦਾ ਹੈ ਕਿ ਬੜੇ ਉਮਦਾ ਆਲਾ ਅਹਿਸਾਸਾਂ ਨਾਲ ਭਰ ਜਾਣ, ਤੇ ਇਹ ਵੀ ਹੋ ਸਕਦਾ ਹੈ ਗਰਕ ਹੋਣ ਵਾਲੇ ਹਾਲਾਤਾਂ 'ਚ ਚਲੇ ਜਾਣ। ਬੰਦੇ ਨੇ ਇੱਕ ਆਈਡੀਆ ਹੀ, ਇੱਕ ਥਾਟ ਹੀ ਐਸਾ ਜਿਹੜਾ ਹੈਗਾ ਪਰਸੀਵ ਕੀਤਾ, ਉਹਦੇ 'ਚ ਸਾਰੀ ਉਹ ਅੰਦਰ ਦੀ ਐਨਰਜੀ ਜਿਹੜੀ ਹੈ ਜ਼ਹਿਰ ਬਣਾ ਕੇ ਰੱਖਦੀ। ਇਹੋ ਜਿਹਾ ਜ਼ਹਿਰ ਤੁਹਾਨੂੰ ਚਾਰ ਚੁਫੇਰੇ ਚੁੱਕੇ ਹੋਏ ਲੋਕ ਮਿਲਣਗੇ, ਅੰਦਰੋਂ ਵਕਾਰਾਂ ਨਾਲ ਭਰੇ ਹੋਏ, ਨਫ਼ਰਤਾਂ, ਈਰਖਾ, ਦਵੈਖ, ਸਾੜੇ, ਲਾਲਚ, ਹੰਕਾਰ, ਦੁਨੀਆ ਭਰ ਦਾ। ਵਿਖਿਆ ਹੀ ਤੇ ਹੈ। ਸਭ ਕਹਿੰਦੇ ਜੋ ਮਿਲ ਸਾਧੂ ਗੁਣਗਾਹ, ਜਦੋਂ ਉਹ ਸਾਧੂ ਬਿਰਤੀ ਵਾਲੇ ਉਹਨਾਂ ਦੇ ਨਾਲ ਸਾਂਝ ਪਾਉਣ ਦੀ ਜਾਚ ਆ ਗਈ ਨਾ, ਜੀਵਨ ਦਾ ਅਸਲ ਗੁਣਗਾਨ ਸਮਝ ਆ ਗਿਆ। ਵਿਖਿਆ ਪੋਹ ਨਾ ਪੋਹ, ਕਹਿੰਦੇ ਛੂਣਾ। ਇਹ ਜ਼ਹਿਰੀਲੀ ਬਿਰਤੀਆਂ ਛੂ ਨਾ ਸਕਣਗੀਆਂ, ਉਹਦੀ ਬਾਤ ਕੀਤੀ ਹੈ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾ। ਜਿਹਦੇ ਵਿੱਚੋਂ ਆਮਦ ਹੋਈ ਹੈ ਉਹਦੇ ਵਿੱਚ ਹੀ ਅਮਾ ਜਾਏ। ਇਹ ਕਰਤਾਰ ਦੀ ਲੋਹ ਵਿੱਚੋਂ ਜੀਵਨ ਆਇਆ ਹੈ, ਤੇ ਸੁਰਤ ਉਹਦੀ ਲੋਹ ਵਿੱਚ ਹੀ ਜਾ ਕੇ ਅਮਾ ਜਾਏ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾ। ਇਹ ਸੱਚੀ ਪ੍ਰੀਤ ਕਰਨੀ ਹੈ ਤਾਂ ਤੁਖਾਰ ਤੋਂ ਬਚਾਂਗੇ। ਇਹ ਵਿਖਾਵੇ ਦਾ ਪਿਆਰ ਨਹੀਂਗਾ। ਅਗਲਾ ਬਚਨ ਹੈ, ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੋੜੀਆ। ਸ਼ਾਇਦ ਬੰਦੇ 'ਚ ਚੰਗੇ ਚੰਗੇ ਸੋਚ ਖਿਆਲ ਆਉਂਦੇ ਨੇ, ਪਰ ਬੰਦਾ ਫਿਰ ਟੁੱਟ ਜਾਂਦਾ। ਕਿਉਂ? ਕਿਉਂਕਿ ਉਹ ਜਿਹੜੀ ਸਾਂਝ ਆ ਉਹ ਫਾਰ ਏ ਟਾਈਮ ਬੀਇੰਗ ਹੁੰਦੀ ਹੈ, ਵਕਤੀ ਤੌਰ 'ਤੇ। ਇੱਥੇ ਸਾਹਿਬ ਨੇ ਬਿਆਨ ਕੀਤਾ, ਸਾਹਿਬ ਕਹਿੰਦੇ ਕਰ ਗਹਿ ਲੀਨੀ ਪਾਰ ਬ੍ਰਹਮ, ਜਿਹਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੱਥ ਦੇ ਕੇ ਬਾਂਹ ਫੜ ਕੇ ਆਪਣੀ ਝੋਲੀ ਬਿਠਾ ਲਿਆ, ਆਪਣੇ ਚਰਨੀ ਜੋੜ ਲਿਆ। ਕਹਿਣਗੇ ਬਹੁੜ ਨਾ ਵਿਛੋੜੀਆ, ਉਹਦਾ ਵਿਛੋੜਾ ਨਹੀਂ, ਬਾਹਰ ਜਾਉਂ ਲਖਬੇਰੀ ਯਾਰ ਸੱਜਣ ਅਗਮ ਅਗਾ। ਹੇ ਅਕਾਲ ਪੁਰਖ, ਤੂੰ ਹੈ ਤੇ ਅਗਮ ਹੈ ਅਥਾ, ਤੇਰੀ ਥਾਓ ਨਹੀਂ ਪਾ ਸਕਦੀ, ਤੈਨੂੰ ਉਸ ਰੂਪ ਦੇ ਵਿੱਚ ਤੇ ਨਹੀਂ ਪਕੜਿਆ ਜਾ ਸਕਦਾ। ਪਰ ਸੱਚ ਇਹ ਹੈ, ਬਾਹਰ ਜਾਉਂ ਲਖਬੇਰੀਆ, ਤੇਰੇ ਇਸੇ ਨਿਰਗੁਣ ਰੂਪ ਤੋਂ ਹੀ ਮੈਂ ਲੱਖਾਂ ਲੱਖਾਂ ਵਾਰ ਕੁਰਬਾਨ ਜਾਨਾ ਆ। ਮੈਂ ਤੇਰੀ ਭਗਤੀ ਤੋਂ ਦੂਰ ਨਹੀਂ ਜਾ ਸਕਦਾ। ਮੈਂ ਤੇਰੇ ਜਿਹੜਾ ਉਹ ਰੂਪ ਆ
ਜਿਹੜਾ ਅੱਖਾਂ ਨਾਲ ਨਹੀਂ ਦਿਸਦਾ ਪਰ ਸੁਰਤ ਜਿਹਨੂੰ ਮਾਣਦੀ ਹੈ, ਮੈਂ ਉਹਦੇ ਨਾਲ ਆਪਣੀ ਸਾਂਝ ਤੋੜ ਨਹੀਂ ਸਕਦਾ। ਇਸ ਕਰਕੇ ਮੈਂ ਤੋਂ ਵਾਰ-ਵਾਰ ਕੁਰਬਾਨ ਜਾਣਾ। ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈਆ। ਇਹ ਨਾਨਕ ਕਹਿ ਜਿਹੜੇ ਉਸ ਨਾਰਾਇਣ ਦੀ ਸ਼ਰਨ ਓਟ ਲੈਂਦੇ ਨੇ ਉਹ ਉਹਨਾਂ ਦੀ ਸ਼ਰਨ ਪਿਆਂ ਦੀ ਲੱਜ ਪਾਲਦਾ। ਸ਼ਰਮ ਪਈ ਨਾਰਾਇਣ। ਸ਼ਰਮ ਦਾ ਮਤਲਬ ਇਹ ਹੁੰਦਾ ਸ਼ਰਮ ਰੱਖ ਲੈਣੀ, ਲੱਜ ਰੱਖ ਲੈਣੀ, ਪੱਤ ਰੱਖ ਲੈਣੀ। ਦਾਤਾ ਅਕਾਲ ਪੁਰਖ ਵਾਹਿਗੁਰੂ ਜਿਹਨਾਂ ਦੀ ਸਾਂਝ ਉਹਦੇ ਨਾਲ ਆ ਉਹ ਬੌੜੀ ਕਰਦਾ ਆ। ਸਿੱਖੀ ਦਾ ਆਸ਼ਾ ਆ ਗੁਰੂ ਤੇ ਰੱਬ ਇਹ ਬੌੜੀ ਕਰਦਾ ਆ। ਇਹ ਉਹਦੀ ਕਮਾਲੇ ਕਰਾਮਾਤ ਜ਼ਿੰਦਗੀ ਦਾ ਜਿਹੜਾ ਅਸਲ ਮੁਅੱਜ਼ਾ ਆ ਇਹੀ ਹੈ ਕਿ ਬੰਦਾ ਜਦੋਂ ਉਸ ਕਰਤਾਰੀ ਹਸਤੀ ਤੇ ਵਿਸ਼ਵਾਸ ਕਰਕੇ ਚੰਗੇਰੇ ਅਮਲ ਨੂੰ ਪ੍ਰਣਾ ਕੇ ਤੁਰਿਆ ਰਹਿੰਦਾ ਆ, ਅਲਟੀਮੇਟਲੀ ਉਹ ਪਿੱਠ ਨਹੀਂ ਲੱਗਣ ਦਿੰਦਾ। ਬਿਲਕੁਲ ਅੰਤਲੀ ਲਾਈਨ ਆ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ। ਇਸ ਪੋਖ ਨੂੰ ਸੁਹੰਦਾ, ਅੱਜ ਕੱਲ੍ਹ ਤਾਂ ਬੜਾ ਸਾਜੋ ਸਮਾਨ ਆ ਗਿਆ, ਸਭ ਕੁਝ ਹੋ ਗਿਆ, ਪਰ ਇਹਦੇ ਬਾਵਜੂਦ ਵੀ ਲੋਕੀ ਵਿੰਟਰ ਕਿੰਨੀ ਕੁ ਲਾਈਕ ਕਰਦੇ ਨੇ? ਬਿਲਕੁਲ ਵੀ ਨਹੀਂ। ਹਾਲਾਂਕਿ ਬੜੇ ਨਿੱਘੇ ਕਮਰਿਆਂ 'ਚ ਬੈਠਦੇ ਹਾਂ, ਨਿੱਘ ਮਾਣਦੇ ਹਾਂ, ਨਿੱਘੀਆਂ ਗੱਡੀਆਂ, ਐਸੇ ਸਾਡੇ ਕੋਲ ਜਿਹੜਾ ਹੈਗਾ ਅੱਜ ਕੱਲ੍ਹ ਆਊਟਫਿਟਸ ਆ ਚੁੱਕੇ ਨੇ ਵਿਚ ਆਰ ਵੈਰੀ ਹੈਲਪਫੁਲ ਟੂ ਪ੍ਰੋਟੈਕਟ ਆਵਰ ਸੈਲਵਸ ਫਰੋਮ ਐਨੀ ਕਾਈਂਡ ਆਫ ਵੈਦਰ, ਬਟ ਸਟਿਲ ਉਹ ਸਾਨੂੰ ਦੁੱਖਮਈ ਲੱਗਦਾ, ਸੁਖਮਈ ਨਹੀਂ ਲੱਗਦਾ। ਪਰ ਸਾਹਿਬ ਨੇ ਕਿਹਾ ਪੋਖ ਸੁਹੰਦਾ ਸਰਬ ਸੁਖ। ਜਿਹੜਾ ਜੀਵਨ ਵਿੱਚ ਪੋਖ ਵਿਆਪਦਾ ਆ, ਜਦੋਂ ਬੰਦਾ ਕੋਲਡ ਹਾਰਟਡ ਹੋ ਜਾਂਦਾ, ਜਦੋਂ ਬੰਦੇ 'ਚ ਡਰਾਈਨੈਸ ਆਉਂਦੀ ਹੈ, ਸੁਨੇਹ, ਪਿਆਰ, ਮੁਹੱਬਤ, ਆਪਣਤ, ਕੰਪੈਸ਼ਨ, ਹਰ ਚੀਜ਼ ਖਤਮ ਹੋ ਜਾਂਦੀ ਬੰਦੇ ਦੇ ਜ਼ਿਹਨ ਵਿੱਚੋਂ। ਇਸ ਸਾਰੇ ਦੇ ਵਿੱਚ ਤੇ ਇਹ এনवायरमेंट ਹੁੰਦਾ, ਆਲਾ ਦੁਆਲਾ ਹੁੰਦਾ। ਜਿਵੇਂ ਠੰਡ 'ਚ ਆਰਚ ਪਰੇ ਫੈਲ ਜਾਂਦੀ ਹੈ, ਸਰੀਰ ਤੇ ਗਰਮ ਹੀ ਹੁੰਦਾ, ਪਰ ਉਹ ਠੰਡ ਇਤਨੀ ਵੱਧਦੀ ਹੈ ਸਰੀਰ ਜਿਹੜਾ ਆ ਉਹ ਸ਼ਿਥਿਲ, ਉਹ ਠੰਡਾ ਪੈ ਜਾਂਦਾ। ਸਾਹਿਬ ਨੇ ਬਿਆਨ ਕੀਤਾ ਕਹਿੰਦੇ ਜਿੰਨੀ ਮਰਜ਼ੀ ਠੰਡ ਹੋਏ, ਆਲਾ ਦੁਆਲਾ ਜਿਸ ਤਰੀਕੇ ਨਾਲ ਮਰਜ਼ੀ ਤੁਹਾਨੂੰ ਰਿਫਲੈਕਟ ਕਰੇ, ਪਰ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੀ ਚਰਨੀ ਜੋੜਦਾ ਆ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ, ਜਿਹਨੂੰ ਉਹ ਆਪ ਬਖਸ਼ਦੇ ਨਾ, ਉਹ ਅਸਲ ਰੂਪ ਦੇ 'ਚੋਂ ਸਵੇ ਪ੍ਰਵਾਹੀ ਨੂੰ ਮਾਣਦੇ ਨੇ, ਉਹਨੂੰ ਪ੍ਰਾਪਤ ਕਰਦੇ ਨੇ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਅਲਾਹੀ ਅਗੰਮੀ ਵਾਕਿਆ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰਿਓ ਜੀ। ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।